बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। पुलिस वालियो, रिश्वतखोर शहीद नहीं हुंदे बल्कि हराम दी मौत मरदे ने। ते मैं इत्थों नस्सां ते मैनू जट ना कहना। ये गल मैं नहीं कहंदा, ये गल वो बंदा कहंदा फैसल जट जिन्हें 17 घंटे पुलिस नाल मुकाबला कीता। ते ये खारियां दा वाकया ते अजकल सोशल मीडिया ते बड़ा ये टॉप वीडियो ट्रेंडिंग वीडियो दे विच जा रही है, टिकटॉक ते बड़ी वायरल आ। ते लोग उहदे जनाजे दे नाल बहुत ज़्यादा तादाद दे नाल जांदे ने, शिरकत करदे ने और टिकटॉक ते भी उहदे जनाजे दीयां तस्वीरां वायरल ने। ते टिकटॉक दे उत्ते भी उहदे घर दीयां तस्वीरां जिहदे विच इतनियां गोलियां लगियां, उहदा घर छलनी होया पिया समझो गोलियां दे नाल। ते अंदर दसदे ने पुलिस दे मुताबक कि अंदर 26 बंदे सी, जिन्हां दे विचों 4 बंदे फिर जिहदे विच फैसल जट सी वो भी मारिया गया। उहदी मुकम्मल तफसीलात अज दी इस वीडियो दे विच मैं तुहानूं दस्सांगा। लो जी, जे चैनल ते नवें आ ते चैनल नूं सबसक्राइब, लाइक और शेयर जरूर कर देना और नाल नाल घंटी दे बटन नूं जरूर दब देना ताकि जदों भी नवी वीडियो अपलोड होवे उहदा नोटिफिकेशन तुहाडे तक पहुंच सके। इस तरह तुसीं मेरे नाल जुड़े रह सकदे हो। ये फैसल जट उर्फ फैजी हांज जिहड़ा ये 10 साल बाहर रह के आया, इन्हें उत्थे मेहनत मजदूरी कीती ते उस तो बाद 10 साल तो बाद ये पाकिस्तान वापस आ गया। आके इन्हें इत्थे जिमींदारा शुरू करता ते उस तो बाद ये सोचदा कि किहड़ा ऐसा कारोबार किया जाए जिहदे विच बंदा दिनां दे विच ही अमीर हो जाए। इन्हें क्या यार, सब तो ज्यादा दिनां दे विच ही अमीर होने का तरीका मनशियात दा जिहड़ा ना ये अच्छा तरीका इहदे विच ये आ कि तुसी इलाके दी पुलिस नूं बस हाथ दे विच रखो, काबू करो, उहनूं जगह टैक्स दिओ, मंथली दिओ ते खुल के काम करो। ते उस फैसल जट ने फिर इसे तरह खारियां दे विच आके, गुजरात दे विच आके, इस दे जिन्ने जिन्ने भी इलाके सी उन्हां दे विच आके उन्हें ये काम मनशियात दा कीता ते सारे लोग नशे दे आदी कर दिते। ते ਉਹ जिस वेले ਉਹਦੀ टसल ਜਿਹੜੀ ਆ ਉੱਥੇ ਦੀ ਇੱਕ ਮਕਾਮੀ ਜਿਹੜੀ ਕੋਈ ਪਾਰਟੀ ਹੁੰਦੀ ਆ ਉਹਦੇ ਨਾਲ ਚੱਲਦੀ ਆ ਦੁਸ਼ਮਣੀ, ਉਹ ਦੋਨੋਂ ਸਾਈਡਾਂ ਜਿਹੜੀਆਂ ਨਾ ਫਾਇਰਿੰਗ ਕਰਦੀਆਂ ਤੇ ਇਲਾਕੇ ਦੇ ਵਿੱਚ ਖੌਫੋ ਹਰਾਸ ਫੈਲ ਜਾਂਦਾ ਕਿਉਂਕਿ ਦੋਨਾਂ ਸਾਈਡਾਂ ਤੋਂ ਫਾਇਰਿੰਗ ਹੁੰਦੀ ਆ। ਇਧਰੋਂ ਫੈਸਲ ਜੱਟ ਕਰ ਰਿਹਾ ਤੇ ਉਧਰੋਂ ਉਹਦੇ ਦੁਸ਼ਮਣ ਜਿਹੜੇ ਨੇ ਉਹ ਦੂਸਰੀ ਤਰਫ ਤੋਂ ਫਾਇਰਿੰਗ ਕਰ ਰਹੇ ਨੇ। ਜਿਸ ਵੇਲੇ ਪੁਲਿਸ ਨੂੰ ਪਤਾ ਲੱਗਦਾ, ਪੁਲਿਸ ਪਾਰਟੀ ਉੱਥੇ ਆਂਦੀ ਆ ਤੇ ਉਸ ਇਲਾਕੇ ਦੀ ਜਿਹੜੀ ਪੁਲਿਸ ਆ ਨਾਲ ਅਲਰਟ ਫੋਰਸ ਹੁੰਦੀ ਆ ਤੇ ਜਿਸ ਵੇਲੇ ਉੱਥੇ ਪਹੁੰਚਦੀ ਆ ਦੋਨੋਂ ਸਾਈਡਾਂ ਤੇ ਫਾਇਰਿੰਗ ਹੋ ਰਹੀ ਹੁੰਦੀ ਆ। ਉਸ ਫਾਇਰਿੰਗ ਦੇ ਵਿੱਚ ਇੱਕ ਅਲਰਟ ਫੋਰਸ ਦਾ ਤਾਰਕ ਨਾਮੀ ਜਿਹੜਾ ਆਦਮੀ ਸ਼ਹੀਦ ਹੋ ਜਾਂਦਾ ਔਰ ਦੂਸਰਾ ਅਮਰ ਸ਼ਹਿਜ਼ਾਦ ਨਾਮੀ ਜਿਹੜਾ ਪੁਲਿਸ ਵਾਲਾ ਉਹ ਸ਼ਦੀਦ ਜ਼ਖਮੀ ਹੋ ਜਾਂਦਾ। ਪੁਲਿਸ ਜਿਹੜੀ ਆ ਇਹਨਾਂ ਦੋਨਾਂ ਨੂੰ ਚੁੱਕ ਕੇ ਤੇ ਵਾਪਸ ਲੈ ਜਾਂਦੀ ਆ ਤੇ ਦੱਸਦੇ ਨੇ ਕਿ ਇਹ ਜਿਹੜਾ ਫੈਸਲ ਜੱਟ ਸੀ ਇਹ 7 ਭਰਾ ਸੀ ਤੇ ਉਸ ਤੋਂ ਬਾਅਦ ਇਹਦੇ 3 ਭਰਾ ਜਿਹੜੇ ਨੇ ਮਜ਼ਹਰ, ਇਕਬਾਲ, ਅਸਗਰ ਤੇ ਅਰਫਾਨ, ਇਹ ਤਿੰਨੇ ਜਿਹੜੇ ਨੇ ਨਾ ਥਾਣੇ ਚਲੇ ਜਾਂਦੇ ਨੇ ਮੁਕਾਮੀ ਪੁਲਿਸ ਕੋ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਇਹ ਜਿਹੜੇ 2 ਬੰਦੇ ਜਿਹੜੇ ਮਰੇ ਨੇ, ਇੱਕ ਤਾਰਕ ਤੇ ਦੂਜਾ ਅਮਰ ਸ਼ਹਿਜ਼ਾਦ ਜ਼ਖਮੀ ਹੋਇਆ ਤੇ ਇਹ ਸਾਡੀ ਗੋਲੀ ਨਾਲ ਨਹੀਂ ਹੋਇਆ ਤੇ ਇਹ ਹੋ ਸਕਦਾ ਮੁਖਾਲਫ ਬੰਦਿਆਂ ਨੇ ਗੋਲੀ ਚਲਾਈ ਹੋਵੇ ਤੇ ਉਹਦੀ ਜ਼ਾਤ ਦੇ ਵਿੱਚ ਆ ਕੇ ਇਹ ਮਰ ਗਏ ਹੋਣ। ਤੇ ਉਹ ਤਿੰਨੇ ਭਰਾ ਜਿਸ ਵੇਲੇ ਥਾਣੇ ਜਾਂਦੇ ਨੇ, ਥਾਣੇ ਵਾਲੀ ਪੁਲਿਸ ਉਹਨਾਂ ਤਿੰਨਾਂ ਨੂੰ ਭਾ ਲੈਂਦੀ ਆ ਤੇ ਉਹਨਾਂ ਨੂੰ ਛੱਡਦੀ ਨਹੀਂ ਹੈਗੀ। ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਆਪਣੀ ਫੁੱਲ ਤਿਆਰੀ ਕਰਕੇ ਸਾਰੇ ਇਲਾਕੇ 'ਚ ਯਾਨੀ ਵਾਇਰਲੈਸ ਕਰਕੇ ਜਿੰਨੀ ਵੀ ਆਪਣੀ ਮੁਕਾਮੀ ਪੁਲਿਸ ਦੇ ਥਾਣੇ ਨੇ, ਇੱਕੋ 10-12 ਥਾਣਿਆਂ ਦੀ ਪੁਲਿਸ ਜਿਹੜੀ ਹੈ, SP, DSP, SHO ਵਗੈਰਾ ਜਿੰਨੇ ਵੀ ਆ ਸਾਰੇ ਉੱਥੇ ਪਹੁੰਚ ਜਾਂਦੇ ਨੇ ਉਸ ਫੈਸਲ ਜੱਟ ਦੇ ਘਰ ਦੇ ਉੱਤੇ ਹਮਲਾ ਕਰਨ ਵਾਸਤੇ। ਜਿਸ ਵੇਲੇ ਉੱਥੇ ਪਹੁੰਚਦੇ ਨੇ, ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਪੁਲਿਸ ਐਲਾਨ ਕਰਦੀ ਆ, ਉਹ ਜਿਹੜਾ ਲਾਊਡ ਸਪੀਕਰ ਨਹੀਂ ਹੁੰਦਾ ਉਹਦੇ ਨਾਲ ਫੈਸਲ ਜੱਟ ਨੂੰ ਕਹਿੰਦੀ ਆ ਕਿ ਤੂੰ ਆਪਣੀ ਗ੍ਰਿਫਤਾਰੀ ਦੇ
ਇਹਦੇ 'ਚ ਹੀ ਤੇਰੀ ਭਲਾਈ ਆ। ਹੁਣ ਪੁਲਿਸ ਜਿਹੜੀ ਆ ਉਹ ਸਮਝੋ ਕਿ ਫੁੱਲ ਤਿਆਰੀ ਕਰਕੇ ਆਈ ਆ ਵੀ ਇਹਨੂੰ ਅੱਜ ਜਾਂ ਗ੍ਰਿਫਤਾਰ ਕਰਨਾ ਜਾਂ ਮਾਰ ਦੇਣਾ। ਤੇ ਉਸ ਤੋਂ ਬਾਅਦ ਦੱਸਦੇ ਨੇ ਉੱਥੇ ਦੇ ਮਕਾਮੀ ਲੋਕ ਜਿਹੜੇ ਨੇ ਇਲਾਕੇ ਦੇ ਕਿ ਫੈਸਲ ਜੱਟ ਜਿਹੜਾ ਫਿਰ ਉਹ ਛੱਤ ਦੀ ਦੀਵਾਰ ਤੇ ਚੜ ਕੇ ਕਹਿੰਦਾ ਕਿ ਇਹ ਜਿਹੜੇ ਤੁਹਾਡੇ ਦੋ ਅਹਿਲਕਾਰ, ਇੱਕ ਜ਼ਖਮੀ ਹੋਇਆ ਇੱਕ ਮਰਿਆ, ਤਾਰਕ, ਇਹਨਾਂ ਨੂੰ ਮੈਂ ਨਹੀਂ ਮਾਰਿਆ ਤੇ ਮੈਂ ਨਾ ਪੁਲਿਸ ਤੇ ਗੋਲੀ ਚਲਾਈ ਆ ਤੇ ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ ਹੈਗਾ। ਤੇ ਪੁਲਿਸ ਜਿਹੜੀ ਆ ਫਿਰ ਉਹਦੇ ਉੱਤੇ ਫਾਇਰਿੰਗ ਕਰਨਾ ਸ਼ੁਰੂ ਕਰ ਦਿੰਦੀ ਆ। ਤੁਸੀਂ ਦੇਖਿਆ ਹੋਣਾ ਟਿਕਟੌਕ ਤੇ ਉਹਦੇ ਘਰ ਦੇ ਉੱਤੇ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਕਿ ਜਗ੍ਹਾ ਜਗ੍ਹਾ ਸੁਰਾਖ ਹੋਏ ਪਏ ਨੇ। ਤੁਸੀਂ ਦੇਖ ਲਓ, ਸਾਰੀ ਵੀਡੀਓ ਲੱਗੀ ਹੋਈ ਆ ਤੇ ਹਰ ਜਗ੍ਹਾ ਤੇ ਸੁਰਾਖ ਹੋਏ ਪਏ ਨੇ। ਪੁਲਿਸ ਦਾ ਕਹਿਣਾ ਕਿ ਉਸ ਘਰ ਦੇ ਵਿੱਚ 26 ਆਦਮੀ ਸੀ ਤੇ ਉਹਦੇ ਵਿੱਚੋਂ 4 ਆਦਮੀ ਮਾਰੇ ਗਏ, ਜਿਹਦੇ ਵਿੱਚੋਂ ਫੈਸਲ ਜੱਟ, ਸਮੀਉल्ला ਉਰਫ ਨੋਮੀ, ਸਫੀਉਰ ਰਹਿਮਾਨ ਤੇ ਨਵੀਦ ਅਖਤਰ, ਇਹ 4 ਜਿਹੜੇ ਬੰਦੇ ਨੇ ਉੱਥੇ ਮੌਕੇ ਤੇ ਫਿਰ ਮਰ ਜਾਂਦੇ ਨੇ। ਇਹ ਮੁਕਾਬਲਾ ਜਿਹੜਾ 2 ਵਜੇ ਦਿਨ ਨੂੰ ਸ਼ੁਰੂ ਹੁੰਦਾ ਤੇ ਅਗਲੇ ਦਿਨ ਸਵੇਰ 6 ਵਜੇ ਮੁੱਕਦਾ। ਸਾਰੀ ਰਾਤ ਫਾਇਰਿੰਗ ਹੁੰਦੀ ਰਹੀ। ਪੁਲਿਸ ਦੇ ਕਹਿਣ ਦੇ ਮੁਤਾਬਕ ਇਹਦੇ ਅੰਦਰ ਬਹੁਤ ਜ਼ਿਆਦਾ ਅਸਲਾ ਸੀ। 26 ਬੰਦੇ ਸੀ, ਜਿਨ੍ਹਾਂ ਦੇ ਵਿੱਚੋਂ 22 ਬੰਦੇ ਜਿਹੜੇ ਨੇ ਉਹ ਫਰਾਰ ਹੋ ਗਏ ਨੇ। ਤੇ ਵੈਸੇ ਵੇਖਣ ਵਾਲੀ ਗੱਲ ਆ ਕਿ ਉਹ ਫਰਾਰ ਕਿਵੇਂ ਹੋ ਗਏ ਨੇ ਬੰਦੇ, ਤੇ ਫੈਸਲ ਜੱਟ ਵੀ ਉਹਦੇ ਨਾਲ ਫਰਾਰ ਹੋ ਸਕਦਾ ਸੀ। ਫੈਸਲ ਜੱਟ ਉੱਥੇ ਮੌਕੇ ਤੇ ਫਿਰ ਮਾਰਿਆ ਗਿਆ। ਤੇ ਇਸ ਤਰ੍ਹਾਂ ਜਿਹੜਾ ਨਾ ਪੁਲਿਸ ਮੁਕਾਬਲਾ ਹੋਇਆ ਤੇ ਪੁਲਿਸ ਨੂੰ ਚਾਹੀਦਾ ਸੀ ਕਿ ਇਸ ਤਰ੍ਹਾਂ ਪੁਲਿਸ ਮੁਕਾਬਲਾ ਜਿਹੜਾ ਸੀ ਗਲਤ ਕੀਤਾ, ਉਹਨੂੰ ਗ੍ਰਿਫਤਾਰ ਕਰਦੇ। ਦੱਸਦੇ ਨੇ ਕਿ ਪੁਲਿਸ ਵਾਲਿਆਂ ਨਾਲ ਇਹ ਟਸਲ ਚੱਲਦੀ ਰਹੀ, ਕਿਉਂਕਿ ਸਭ ਤੋਂ ਪਹਿਲਾਂ ਜਿਸ ਵੇਲੇ ਇਹਨੇ ਨਸ਼ਿਆਤ ਦਾ ਕੰਮ ਸ਼ੁਰੂ ਕੀਤਾ ਸੀ, ਇਹ ਪੁਲਿਸ ਨੂੰ ਮੰਥਲੀ ਦਿੰਦਾ ਸੀ ਤੇ ਉਸ ਤੋਂ ਥੋੜਾ ਜਿਹੀ ਦੇਰ ਬਾਅਦ ਫਿਰ ਮੰਥਲੀ ਜਿਹੜੀ ਇਹਨੇ ਦੇਣੀ ਬੰਦ ਕਰਤੀ। ਜਦੋਂ ਬੰਦਾ ਉੱਪਰ ਚੱਲ ਜਾਂਦਾ ਨਾ, ਫਿਰ ਉਹ ਸੋਚਦਾ ਮੈਂ ਹੁਣ ਬਹੁਤ ਵੱਡਾ ਡੌਨ ਬਣ ਗਿਆ, ਫਿਰ ਉਹ ਥੱਲੇ ਵਾਲੇ ਬੰਦਿਆਂ ਨੂੰ ਵੀ, ਅਮਲੇ ਨੂੰ ਵੀ ਛੋੜ ਦਿੰਦਾ। ਪਹਿਲੋਂ ਜਿਹੜੇ ਉਹ ਥਾਣੇ ਵਾਲੇ ਮੰਥਲੀ ਲੈ ਕੇ ਜਾਂਦੇ ਸੀ, ਪੁਲਿਸ ਵਾਲੇ ਵੀ ਲੈ ਕੇ ਜਾਂਦੇ ਹੋਣਗੇ ਤੇ ਇਹ ਉਹਨਾਂ ਨੂੰ ਫਿਰ ਅੱਖਾਂ ਦਿਖਾਉਂਦਾ ਸੀ ਤੇ ਫਿਰ ਉਹਨਾਂ ਨੇ ਫਿਰ ਤਹੀਆ ਕੀਤਾ ਹੁਣ ਇਹਨੂੰ ਚੁੱਕ ਦੇਣਾ ਚਾਹੀਦਾ। ਤੇ ਇਸ ਤਰ੍ਹਾਂ ਕਰਕੇ ਫਿਰ ਉਹ ਪੁਲਿਸ ਨੇ ਜਦੋਂ ਉਹਨੂੰ ਮੰਥਲੀ ਨਾ ਮਿਲੀ ਉਹਨਾਂ ਨੂੰ, ਤੇ ਉਹਨਾਂ ਨੇ ਫਿਰ ਇਹਨੂੰ ਜਦੋਂ ਹਾਈ ਲੈਵਲ ਤੱਕ ਉੱਤੇ ਅਫਸਰਾਂ ਤੱਕ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰਨ ਦਾ ਜਾਂ ਬਲਕਿ ਟਪਾਉਣ ਦਾ ਤਹੀਆ ਕਰ ਲਿਆ। ਜਦੋਂ ਸਾਰੀ ਪੁਲਿਸ ਉੱਥੇ ਗਈ ਤੇ ਇਹਦੇ ਦੱਸਦੇ ਨੇ ਕਿ 2 ਸ਼ਾਦੀਆਂ ਸੀ ਫੈਸਲ ਜੱਟ ਦੀਆਂ ਤੇ ਇੱਕ ਇਹਦੀ ਬੀਵੀ ਡਾਕਟਰ ਸੀ। ਪਹਿਲੀ ਬੀਵੀ ਚੋਂ 3 ਬੱਚੇ ਨੇ ਤੇ ਦੂਸਰੀ ਚੋਂ 3 ਸਾਲ ਦੀ ਦੱਸਦੇ ਨੇ ਕਿ ਬੱਚੀ ਆ, ਉਹ ਵੀ ਹਜੇ ਗੋਦ ਸੀ ਵਿਚਾਰੀ। ਤੇ ਇਹਦੇ ਆਖਰੀ ਗੱਲ ਜਿਹੜੀ ਫੋਨ ਤੇ ਆਪਣੀ ਬੀਵੀ ਨਾਲ ਕੀਤੀ, ਡਾਕਟਰ ਸੀ, ਉਹਨੇ ਡਾਕਟਰ ਨੇ ਕਿਹਾ ਕਿ ਤੂੰ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦੇ, ਪੇਸ਼ ਕਰ ਦੇ ਆਪਣੇ ਆਪ ਨੂੰ। ਇਹਨੇ ਆਪਣੀ ਬੀਵੀ ਨੂੰ ਫੋਨ ਤੇ ਕਿਹਾ, ਜਿਹੜੀ ਡਾਕਟਰ ਸੀ, ਕਿ ਅੱਜ ਮੈਨੂੰ ਹਲਾਕ ਕਰਨ ਆਏ ਆ, ਮਾਰਨ ਆਏ ਆ, ਅਗਰ ਮੈਂ ਗ੍ਰਿਫਤਾਰੀ ਵੀ ਦੇ ਦਾਂ ਤਾਂ ਇਹਨਾਂ ਨੇ ਲਿਜਾ ਕੇ ਮੈਨੂੰ ਰਸਤੇ ਦੇ ਵਿੱਚ ਕੋਈ ਪੁਲਿਸ ਮੁਕਾਬਲੇ 'ਚ ਮਾਰ ਦੇਣਾ ਤੇ ਮੈਂ ਬਿਹਤਰ ਇਹੀ ਆ ਕਿ ਇੱਥੇ ਆਪਣੀ ਜਾਨ ਕੁਰਬਾਨ ਕਰਦੇ ਆ, ਡਟ ਕੇ ਖੜਾ ਤੇ ਹਾਰ ਨਾ ਮੰਨਾਂ ਤੇ ਇਸ ਤਰ੍ਹਾਂ ਬਹਾਦਰੀ ਦੇ ਨਾਲ ਲੜਾਂ। ਲੇਕਿਨ ਦੇਖੋ, ਪੁਲਿਸ ਕਹਿੰਦੀ ਆ ਕਿ ਇਹ ਜਿਹੜੇ ਬੰਦੇ ਨੇ ਆਪਸ ਵਿੱਚ ਹੀ ਲੜਦਿਆਂ ਹੋਇਆਂ ਆਪਣੀਆਂ ਗੋਲੀਆਂ ਦੇ ਨਾਲ ਹੀ ਮਰ ਗਏ। ਲੇਕਿਨ ਯਾਰ ਪੁਲਿਸ ਨੇ ਇੰਨੀਆਂ ਗੋਲੀਆਂ ਚਲਾਈਆਂ ਤੇ ਇੰਨਾ ਛਲਣੀ ਕਰਤਾ, ਘਰ ਸੁਰਾਖ ਇੰਨੇ ਕੀਤੇ ਨੇ ਤੇ ਫਿਰ ਇਹ ਕਿੱਦਾਂ ਉਹ ਆਪਸ ਵਿੱਚ ਹੀ ਫਾਇਰਿੰਗ। ਅੱਗੋਂ ਫਿਰ ਇਹਨਾਂ ਨੇ 17 ਘੰਟੇ ਜਦੋਂ ਮੁਕਾਬਲਾ ਕੀਤਾ, ਇਹਨਾਂ ਦੀ ਕੋਈ ਗੋਲੀ ਕਿਸੇ ਪੁਲਿਸ ਵਾਲੇ ਨਹੀਂ ਲੱਗੀ ਤੇ ਹੈਰਾਨ ਵਾਲੀ ਗੱਲ ਆ। ਲੇਕਿਨ ਯਾਰ ਬਾਹਰ ਦੇ ਮੁਲਕ ਦਾ ਕਾਨੂੰਨ, ਬਾਹਰ ਦੇ ਮੁਲਕ ਦਾ ਦੇਖ ਲਓ ਤੁਸੀਂ, ਕੋਈ ਵੀ ਗੱਲ ਹੋਵੇ, ਕੋਈ ਵੀ ਕਿਸ ਤਰ੍ਹਾਂ ਦਾ ਹੋਵੇ, ਜੱਜ ਨੇ ਫੈਸਲਾ ਕਰਨਾ ਹੁੰਦਾ, ਬਲਕਿ ਸਾਡੇ ਕਾਨੂੰਨ ਦੇ ਮੁਤਾਬਕ ਇਹਨੂੰ ਫੜਦੇ, ਗ੍ਰਿਫਤਾਰ ਕਰਦੇ, ਕਰਕੇ ਅਦਾਲਤ ਪੇਸ਼ ਕਰਦੇ, ਇਹਨੂੰ ਇੱਕ ਇਬਰਤਨਾਕ ਸਜ਼ਾ ਦਿੰਦੇ ਤਾਂ ਕਿ ਇਹ ਮਿਸਾਲ ਬਣ ਜਾਂਦੀ ਕਿ ਜਿਹੜਾ ਬੰਦਾ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਦਾ, ਨਸ਼ਿਆਤ ਦਿੰਦਾ, ਨਸ਼ਾ ਵੇਚਦਾ। ਹੁਣ ਦੇਖੋ ਨਾ, 4 ਬੰਦੇ ਨਸ਼ਾ ਵੇਚਦੇ ਸੀ। ਇਹ 4 ਬੰਦਿਆਂ ਨੂੰ ਇਜਾਜ਼ਤ ਕਿਹਨੇ ਦਿੱਤੀ? ਪੁਲਿਸ ਨੇ ਦਿੱਤੀ ਨਾ। ਪਹਿਲਾਂ 8-10 ਸਾਲ ਉਹਨੂੰ ਪ੍ਰਵਾਨ ਚੜਾਇਆ, ਉਹਨੂੰ ਬੜਾ ਕੀਤਾ, ਡੌਨ ਬਣਾਤਾ। ਜਦੋਂ ਉਹ ਡੌਨ ਬਣ ਗਿਆ, ਇਹਨਾਂ ਨੂੰ ਵੀ ਅੱਖਾਂ ਕੱਢਣ ਲੱਗ ਪਿਆ ਤੇ ਜਦੋਂ ਅੱਖਾਂ ਕੱਢਣ ਲੱਗ ਪਿਆ ਤੇ ਫਿਰ ਇਹਨੂੰ ਮਾਰ ਦਿੱਤਾ। ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਸ਼ੁਰੂ ਤੋਂ ਹੀ ਹਰ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਸੀ। ਅਗਰ ਇਹ ਡੌਨ ਵੀ ਬਣ ਗਿਆ ਸੀ, ਇਹਨੂੰ ਚਾਹੀਦਾ ਸੀ ਗ੍ਰਿਫਤਾਰ ਕਰਦੇ, ਗ੍ਰਿਫਤਾਰ ਕਰਕੇ ਇਹਦੇ ਉੱਤੇ ਪਰਚਾ ਕਰਦੇ, FIR ਦਿੰਦੇ
ਤੇ ਫਿਰ ਅਦਾਲਤ ਇਹਨੂੰ ਸਜ਼ਾ ਦਿੰਦੀ। ਹੁਣ ਕਹਿੰਦੇ ਦੱਸਦੇ ਨੇ ਕਿ ਉਹ ਜਿਹੜੇ 3 ਭਰਾ ਇਹਦੇ ਥਾਣੇ ਗਏ ਸੀ ਉਹਨਾਂ ਦੇ ਉੱਤੇ ਹੀ ਨਾਮਜ਼ਦ ਪਰਚਾ ਦੇ ਦਿੱਤਾ ਕਿ ਇਹਨਾਂ ਨੇ ਹੀ ਫੈਸਲ ਨੂੰ ਮਾਰਿਆ ਤੇ ਉਹਨਾਂ ਨੂੰ ਉੱਥੇ ਹੀ ਉਹਨਾਂ ਦੀ ਗ੍ਰਿਫਤਾਰੀ 3 ਭਰਾਵਾਂ ਦੀ ਪਾ ਦਿੱਤੀ ਆ। ਤੇ ਜਿਹੜਾ ਗਲਤ ਕੰਮ ਆ, ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਂ ਚ ਰੱਖੇ। अस्सलामु अलैकुम व रहमतुल्लाहि व बरकातहू।